हाँ जी, वेलकम डियर स्टूडेंट्स इन टूडेज़ वीडियो लैसन। ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਅਸੀਂ ਤੁਹਾਡੇ ਲੈਸਨ ਨੰਬਰ 9 ਚਾਰਜ ਫॉर ਲਵ ਦੀਆਂ ਨੈਕਸਟ ਐਕਟੀਵਿਟੀਜ਼ ਕਰਨ ਜਾ ਰਹੇ ਹਾਂ। ਐਕਟੀਵਿਟੀ ਨੰਬਰ 9 ਐਂਡ 10। ਪਿਛਲੇ ਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਆਪਾਂ ਐਕਟੀਵਿਟੀ 7 ਔਰ 8 ਸੋਲਵ ਕੀਤੀ ਸੀ ਜੋ ਕਿ ਪਾਸਟ ਟੈਂਸ ਨਾਲ ਰਿਲੇਟਡ ਸੀ। ਸੋ ਅੱਜ ਦੀਆਂ ਐਕਟੀਵਿਟੀਜ਼ ਨੇ ਜਿਹੜੀਆਂ ਫਿਊਚਰ ਟੈਂਸ ਨਾਲ ਰਿਲੇਟਡ ਨੇ। ਵੀਡੀਓ ਕਲਾਸ 8 ਦੇ ਸਟੂਡੈਂਟਸ ਲਈ ਧਿਆਨ ਨਾਲ ਸੁਣਨਾ ਐਂਡ ਤੱਕ ਔਰ ਇਹਨਾਂ ਐਕਟੀਵਿਟੀਜ਼ ਨੂੰ ਕਰਨਾ ਸੋਲਵ ਬੇਟਾ। ਸੋ ਲੈਟਸ ਸਟਾਰਟ। ਜਿੱਦਾਂ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਟੈਂਸਸ ਕੀ ਹੁੰਦੇ ਨੇ, ਇਹ ਡੈਫੀਨੇਸ਼ਨ ਮੈਂ ਤੁਹਾਨੂੰ ਉੱਥੇ ਵੀ ਸਮਝਾਈ ਸੀ। ਟੈਂਸ ਇਜ਼ ਅ ਵਰਬਸ ਕੁਆਲਿਟੀ ਦੈਟ ਸ਼ੋਜ਼ ਟਾਈਮ ਇਨ ਵਿਚ ਐਨ ਐਕਟ ਸਟੇਟ ਔਰ ਕੰਡੀਸ਼ਨ ਓਕਰਸ ਔਰ ਹੈਜ਼ ਓਕਰਡ। ਜਿਹੜਾ ਟੈਂਸ ਆ ਉਹ ਵਰਬ ਦੀ ਕੁਆਲਿਟੀ ਆ, ਉਹ ਗੁਣ ਆ ਜੋ ਸਾਨੂੰ ਦੱਸਦਾ ਹੈ ਉਸ ਟਾਈਮ ਬਾਰੇ ਜਦੋਂ ਕੋਈ ਐਕਸ਼ਨ ਹੋ ਰਿਹਾ ਹੈਗਾ, ਉਹਦੀ ਕੰਡੀਸ਼ਨਸ ਬਾਰੇ। ਠੀਕ ਹੈ, ਸੋ ਆਪਾਂ ਅੱਗੇ ਪੜ੍ਹਿਆ ਸੀ ਟੈਂਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ, 3 ਤਰ੍ਹਾਂ ਦੇ। ਪ੍ਰੈਜ਼ੈਂਟ ਟੈਂਸ ਜਿਹੜਾ ਵਰਤਮਾਨ ਕਾਲ ਚੱਲ ਰਿਹਾ, ਪਾਸਟ ਟੈਂਸ ਜਿਹੜਾ ਪਿੱਛੇ ਬੀਤ ਗਿਆ, ਅਤੇ ਫਿਊਚਰ ਟੈਂਸ ਜਿਹੜਾ ਕੱਲ੍ਹ ਆਉਣ ਵਾਲੇ ਸਮੇਂ ਨਾਲ ਰਿਲੇਟਡ ਹੈ। ਠੀਕ ਹੈ, ਸੋ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਫਿਊਚਰ ਟੈਂਸ। ਫਿਊਚਰ ਟੈਂਸ ਦੇ ਅੱਗੇ ਦੇਖੋ ਕਿਹੜੇ 4 ਹਿੱਸੇ ਨੇ। ਫਿਊਚਰ ਸਿੰਪਲ ਟੈਂਸ ਜਿਹਨੂੰ ਫਿਊਚਰ ਇੰਡੈਫੀਨਿਟ ਟੈਂਸ ਵੀ ਕਹਿ ਦਿੰਦੇ ਹਾਂ ਆਪਾਂ, ਫਿਊਚਰ ਕੰਟੀਨਿਊਸ ਟੈਂਸ, ਫਿਊਚਰ ਪਰਫੈਕਟ ਟੈਂਸ, ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਸੋ ਸਾਰੇ ਪ੍ਰੈਜ਼ੈਂਟ ਆ ਚਾਹੇ ਪਾਸਟ ਆ, ਨਾਮ ਸਾਰਿਆਂ ਦੇ ਸੇਮ ਨੇ ਅਤੇ ਕੁਝ ਹੱਦ ਤੱਕ ਕੁਆਲਿਟੀਜ਼ ਵੀ ਸੇਮ ਨੇ। ਠੀਕ ਹੈ, ਸੋ ਹੁਣ ਆਪਾਂ ਇਹ ਦੇਖੋ ਜਿਹੜਾ ਆਪਣੇ ਵਾਲ 'ਤੇ ਬਣਿਆ ਹੋਇਆ ਪੋਸਟਰ ਹੈ ਉਹਦੇ 'ਤੇ ਦੇਖੋ ਕੀ ਲਿਖਿਆ ਫਿਊਚਰ ਟੈਂਸ ਦੇ ਵਿੱਚ। ਫਿਊਚਰ ਇੰਡੈਫੀਨਿਟਸ ਕੀ ਲਿਖਿਆ ਹੋਇਆ, ਉਹਦੇ ਵਿੱਚ ਵੈਲ ਸ਼ੈਲ ਨਾਲ ਵਰਬ ਦੀ ਪਹਿਲੀ ਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ। ਫਿਊਚਰ ਇੰਡੈਫੀਨਿਟ ਮੈਂ ਖੇਡਾਂਗਾ, ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਆ। ਆਈ ਸ਼ੈਲ ਪਲੇ, ਆਈ ਦੇ ਨਾਲ ਸ਼ੈਲ ਲੱਗਿਆ ਅਤੇ ਵਰਬ ਦੀ ਪਹਿਲੀ ਫਾਰਮ ਕੀ ਹੋ ਗਈ, ਪਲੇ। ਠੀਕ, ਸੈਕਿੰਡ ਹੈ ਫਿਊਚਰ ਕੰਟੀਨਿਊਸ ਟੈਂਸ। ਇਹਦੇ ਵਿੱਚ ਵੈਲ ਸ਼ੈਲ ਤਾਂ ਸਾਰੇ ਫਿਊਚਰਸ ਦੇ ਵਿੱਚ ਲੱਗਣਾ ਹੀ ਲੱਗਣਾ ਗਾ, ਹੈ ਨਾ। ਸੋ ਉੱਥੇ ਨਾਲ ਹੁਣ ਜਿਹੜਾ ਕੰਟੀਨਿਊਸ ਟੈਂਸ ਆ ਉਹਦੇ 'ਚ ਬੀ ਲੱਗੂ, ਵੀ ਈ, ਔਰ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗੂ। ਜਿੱਦਾਂ ਹੁਣ ਤੁਸੀਂ ਇੱਥੇ ਦੇਖ ਰਹੇ ਹੋ, ਉੱਥੇ ਸੀ ਮੈਂ ਖੇਡਾਂਗਾ, ਇੱਥੇ ਮੈਂ ਖੇਡ ਰਿਹਾ ਹੋਵਾਂਗਾ। ਸੋ ਕੀ ਬਣ ਗਈ ਇਹਦੀ ਇੰਗਲਿਸ਼, ਆਈ ਸ਼ੈਲ ਬੀ ਪਲੇਇੰਗ। ਠੀਕ ਹੈ, ਵੈਲ ਸ਼ੈਲ ਪਲੱਸ ਬੀ ਪਲੱਸ ਵਰਬ ਦੀ ਪਹਿਲੀ ਫਾਰਮ ਨਾਲ ਇੰਗ। ਓਕੇ, ਨੈਕਸਟ ਵਨ ਆ ਗਿਆ ਪਰਫੈਕਟ, ਫਿਊਚਰ ਪਰਫੈਕਟ। ਜਿੱਦਾਂ ਕਿ ਸਾਨੂੰ ਪਤਾ ਪਰਫੈਕਟ ਟੈਂਸ ਦੇ ਵਿੱਚ ਵਰਬ ਦੀ ਤੀਜੀ ਫਾਰਮ ਲੱਗਦੀ ਹੈ। ਸੋ ਫਿਊਚਰ ਆ, ਵੈਲ ਸ਼ੈਲ ਤਾਂ ਲੱਗਣਾ ਹੀ ਆ, ਨਾਲ ਲੱਗ ਗਿਆ ਹੈਵ, ਵੈਲ ਸ਼ੈਲ ਹੈਵ ਅਤੇ ਵਰਬ ਦੀ ਤੀਜੀ ਫਾਰਮ। ਹੁਣ ਤੁਹਾਨੂੰ ਪਤਾ ਚੁੱਕਾ ਹੁੰਦਾ ਪਰਫੈਕਟ ਦੇ ਵਿੱਚ ਲੱਗਿਆ ਚੁੱਕਾ ਹੋਵਾਂਗਾ, ਮੈਂ ਖੇਡ ਚੁੱਕਾ ਹੋਵਾਂਗਾ, ਆਈ ਸ਼ੈਲ ਹੈਵ ਪਲੇਡ। ਠੀਕ, ਇਹਦਾ ਆਊਗਾ। ਸੋ ਨੈਕਸਟ ਵਨ ਆ ਗਿਆ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਪਰਫੈਕਟ ਵਾਲੇ ਗੁਣ ਵੀ ਹੋਣਗੇ, ਕੰਟੀਨਿਊਸ ਵਾਲੇ ਗੁਣ ਵੀ ਹੋਣਗੇ। ਇਹਦੇ ਵਿੱਚ ਕੀ ਲੱਗੂਗਾ ਫਿਰ, ਵੈਲ ਸ਼ੈਲ ਹੈਵ, ਪਰਫੈਕਟ 'ਚ ਸੀਗਾ ਨਾ ਇਹਨਾਂ ਤਾਂ, ਨਾਲ ਲੱਗ ਗਿਆ VEEN ਵੇਨ ਪਲੱਸ ਵਰਬ ਦੀ ਪਹਿਲੀ ਫਾਰਮ ਨਾਲ ਇੰਗ। ਠੀਕ, ਹੁਣ ਇਹਦੀ ਪੰਜਾਬੀ ਦੇਖੋ, ਮੈਂ 1 ਘੰਟੇ ਤੋਂ ਖੇਡ ਰਿਹਾ ਹੋਵਾਂਗਾ। ਕੀ ਬਣੂ ਇਹਦੀ ਇੰਗਲਿਸ਼, ਆਈ ਸ਼ੈਲ ਹੈਵ ਬੀਨ ਪਲੇਇੰਗ ਫॉर ਐਨ ਆਰ। ਠੀਕ ਹੈ, ਸੋ ਇਹ ਸਮਝ ਲੱਗ ਗਈ ਤੁਹਾਨੂੰ। ਇਹਦੇ ਵਿੱਚ ਜੋ ਸਾਡੀਆਂ ਐਕਟੀਵਿਟੀਜ਼ ਨੇ ਜ਼ਿਆਦਾਤਰ ਜਿਹੜਾ ਜ਼ੋਰ ਆ ਫਿਊਚਰ ਇੰਡੈਫੀਨਿਟ ਟੈਂਸ 'ਤੇ ਹੀ ਆ, ਬਾਕੀਆਂ ਬਾਰੇ ਇੰਨਾ ਨਹੀਂ ਹੈਗਾ। ਸੋ ਆਪਾਂ ਸਿਰਫ ਉਹਨੂੰ ਫੋਕਸ ਕਰਾਂਗੇ ਇੱਥੇ। ਸਿੰਪਲ ਫਿਊਚਰ ਟੈਂਸ ਜਿਹਨੂੰ ਸਿੰਪਲ ਤੋਂ ਇਲਾਵਾ ਅਸੀਂ ਇੰਡੈਫੀਨਿਟ ਟੈਂਸ ਵੀ ਕਹਿ ਦਿੰਦੇ ਹਾਂ। ਇਟ ਡੋਨੇਟਸ ਐਨ ਐਕਸ਼ਨ ਦੈਟ ਇਜ਼ ਅਬਾਊਟ ਟੂ ਟੇਕ ਪਲੇਸ or an action that will take place in future. For example, I shall do it now. We shall go there next week. Bandhana will come here at 6 o'clock. ਹੁਣ ਇੱਥੇ ਕੀ ਦੱਸਿਆ ਗਿਆ, ਫਿਊਚਰ ਟੈਂਸ ਕਿੱਥੇ ਵਰਤਿਆ ਜਾਂਦਾ, ਜਦੋਂ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਕਿਸੇ ਗੱਲ ਬਾਰੇ ਜ਼ਿਕਰ ਕਰ ਰਹੇ ਹਾਂ। ਕੋਈ ਆਉਣ ਵਾਲੇ ਸਮੇਂ 'ਚ ਜਿਹੜਾ ਅਸੀਂ ਐਕਸ਼ਨ ਕਰਨ ਜਾ ਰਹੇ ਹਾਂ ਉਹਦੀ ਗੱਲ ਕਰ ਰਹੇ ਹਾਂ, ਤਾਂ ਉੱਥੇ ਅਸੀਂ ਫਿਊਚਰ ਟੈਂਸ ਦੀ ਵਰਤੋਂ ਕਰਦੇ ਹਾਂ। ਜਿੱਦਾਂ ਮੈਂ ਉੱਪਰ ਵੀ ਲਿਖਿਆ ਵੈਲ ਸ਼ੈਲ ਪਲੱਸ ਵਰਬ ਦੀ ਪਹਿਲੀ ਫਾਰਮ। ਹੁਣ ਸਾਨੂੰ ਇਹਦੇ ਨਾਲ ਰਿਲੇਟਡ ਜਿਹੜੀ ਐਕਟੀਵਿਟੀ ਦਿੱਤੀ ਹੋਊਗੀ ਹੈ ਨਾ, ਉਹਦੇ 'ਚ ਅਸੀਂ ਵੈਲ ਸ਼ੈਲ ਨਾਲ ਪਹਿਲੀ ਫਾਰਮ ਹੀ ਲਗਾਵਾਂਗੇ। ਸੋ ਅਸੀਂ ਪਹਿਲਾਂ ਉਹ ਐਕਟੀਵਿਟੀ ਸੋਲਵ ਕਰਾਂਗੇ। ਠੀਕ ਹੈ, ਫਿਰ ਅਗਲਾ ਅੱਗੇ ਦੇਖਦੇ ਹਾਂ। ਸੋ ਇਹ ਦੇਖੋ ਐਕਟੀਵਿਟੀ ਨੰਬਰ 9, ਪੁੱਟ ਦਾ ਵਰਬਸ ਇਨ ਟੂ ਦਾ ਕਰੈਕਟ ਫਾਰਮ ਸਿੰਪਲ ਫਿਊਚਰ। ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਯੂਜ਼ ਵਿਲ।
ਓਕੇ। ਸਿੰਪਲ ਫਿਊਚਰ ਟੈਂਸ ਦੇ ਵਿੱਚ ਇਹਨਾਂ ਦੀ ਅਸੀਂ ਵਰਤੋਂ ਕਰਨੀ ਹੈ ਜੋ ਵਰਬ ਸਾਨੂੰ ਦਿੱਤਾ ਗਿਆ ਗਾ। ਹੁਣੇ ਆਪਾਂ ਦੱਸਿਆ ਸੀਗਾ ਕਿ ਸਿੰਪਲ ਫਿਊਚਰ ਦੇ ਵਿੱਚ ਵਰਬ ਦੀ ਪਹਿਲੀ ਫਾਰਮ ਲੱਗਦੀ ਹੈ, ਨਾਲ ਕੀ ਲੱਗਦਾ ਵੈਲ ਔਰ ਸ਼ੈਲ, ਜਾਂ ਵੈਲ ਲੱਗੂ ਜਾਂ ਸ਼ੈਲ ਲੱਗੂ। ਹੁਣ ਦੇਖੋ ਇੱਥੇ ਕਿ ਆਸ਼ੂ ਆਸਕਡ ਆ fortune teller about her future. Here is what he told her. ਓਕੇ, ਇਹਦਾ ਕੀ ਮਤਲਬ ਆ? ਮਤਲਬ ਆਸ਼ੂ ਨੇ ਕਿਸੇ ਭਵਿੱਖ ਦੱਸਣ ਵਾਲੇ ਨੂੰ, ਜਿਹਨੂੰ ਅਸੀਂ ਜੋਤਸ਼ੀ ਕਹਿ ਦਿੰਦੇ ਹਾਂ, ਉਹਨੂੰ ਪੁੱਛਿਆ ਆਪਣੇ ਕਾਹਦੇ ਬਾਰੇ? ਫਿਊਚਰ ਬਾਰੇ, ਕਿ ਮੇਰੇ ਆਉਣ ਵਾਲੇ ਜੀਵਨ ਦੇ ਵਿੱਚ ਕੀ ਹੋਵੇਗਾ। ਉਹਨੇ ਉਹਨੂੰ ਕੀ ਕੀ ਦੱਸਿਆ, ਉਹ ਇੱਥੇ ਹੁਣ ਸਾਨੂੰ ਬਲੈਕਸਾਂ ਦੇ ਰੂਪ ਵਿੱਚ ਦਿੱਤਾ ਗਿਆ ਹੈ। You dash earn a lot of money. ਹੁਣੇ ਆਪਾਂ ਗੱਲ ਕੀਤੀ ਸੀ ਫਿਊਚਰ ਸਿੰਪਲ ਦੇ ਵਿੱਚ ਵੈਲ ਪਲੱਸ ਵਰਬ ਦੀ ਫਸਟ ਫਾਰਮ ਅਰਨ ਪਹਿਲੀ ਫਾਰਮ ਹੀ ਆ, ਸੋ ਵਿਲ ਅਰਨ। ਯੂ ਵਿਲ ਅਰਨ ਅ ਲੋਟ ਆਫ ਮਨੀ, ਤੁਸੀਂ ਬਹੁਤ ਸਾਰਾ ਪੈਸਾ ਕਮਾਵੋਗੇ। ਕਦੋਂ? ਆਉਣ ਵਾਲੇ ਸਮੇਂ 'ਚ। ਨੈਕਸਟ, ਯੂ ਡੈਸ਼ ਟਰੈਵਲ ਅਰਾਊਂਡ ਦਾ ਵਰਲਡ। ਟਰੈਵਲ ਦਿੱਤਾ ਹੀ ਹੋਇਆ, ਬੈਲ ਲਗਾਉਣਾ, ਨਾਲ ਟਰੈਵਲ ਲਗਾਉਣਾ ਅਤੇ ਬਲੈਂਕਸ ਫਿਲ ਕਰ ਦੇਣੀ ਹੈ। ਯੂ ਵਿਲ ਟਰੈਵਲ ਅਰਾਊਂਡ ਦਾ ਵਰਲਡ, ਤੁਸੀਂ ਪੂਰਾ ਸੰਸਾਰ ਘੁੰਮੋਗੇ। ਥਰਡ ਵਨ, ਯੂ ਡੈਸ਼ ਮੀਟ ਲੋਟਸ ਆਫ ਇੰਟਰਸਟਿੰਗ ਪੀਪਲ। ਹੁਣ ਫਿਰ ਇਹਨੂੰ ਬੈਲ ਲਗਾਵਾਂਗੇ, ਵਰਬ ਦੀ ਪਹਿਲੀ ਫਾਰਮ ਮੀਟ ਹੀ ਆ, ਸੋ ਯੂ ਵਿਲ ਮੀਟ ਲੋਟਸ ਆਫ ਇੰਟਰਸਟਿੰਗ ਪੀਪਲ, ਤੁਸੀਂ ਬਹੁਤ ਸਾਰੇ ਦਿਲਚਸਪ ਲੋਕਾਂ ਨੂੰ ਮਿਲੋਗੇ। ਐਵਰੀਬਾਡੀ ਡੈਸ਼ ਅਡੋਰ ਯੂ, ਇਹਦਾ ਮੀਨਸ ਹੁੰਦਾ ਤੁਹਾਡੀ ਮਤਲਬ ਕਿ ਪ੍ਰਸ਼ੰਸਾ ਕਰੇਗਾ, ਸਤਿਕਾਰ ਕਰੇਗਾ। ਹੁਣ ਇਹਦੇ ਵਿੱਚ ਵੀ ਅਸੀਂ ਕੀ ਲਗਾਵਾਂਗੇ? ਵੈਲ ਅਡੋਰ। ਐਵਰੀਬਾਡੀ ਵਿਲ ਅਡੋਰ ਯੂ ਮੀਨਸ ਹਰ ਕੋਈ ਤੁਹਾਡਾ ਬਹੁਤ ਸਤਿਕਾਰ ਕਰੇਗਾ ਜਾਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰੇਗਾ। ਨੈਕਸਟ ਫਿਫਥ ਵਨ, ਯੂ ਡੈਸ਼ ਨਾਟ ਹੈਵ ਐਨੀ ਪ੍ਰੋਬਲਮ। ਹੁਣ ਇਹ ਨਾਟ ਵਾਲਾ ਹੋ ਗਿਆ। ਜਦੋਂ ਨਾਟ ਵਾਲੇ ਹੁੰਦੇ ਆਪਾਂ ਨੂੰ ਪਤਾ ਵੈਲ ਲੱਗਿਆ ਹੋਵੇ, ਵੈਲ ਦੇ ਨਾਲ ਨਾਟ ਲਗਾ ਦੇਣਾ, ਹੋਰ ਕੁਛ ਨਹੀਂ ਕਰਨਾ। ਸੋ ਫਿਰ ਅਗਰ ਯੂ ਵਿਲ ਨਾਟ ਹੈਵ ਐਨੀ ਪ੍ਰੋਬਲਮ, ਤੁਹਾਨੂੰ ਕੋਈ ਵੀ ਮੁਸ਼ਕਿਲ ਨਹੀਂ ਆਵੇਗੀ। ਮੈਨੀ ਪੀਪਲ ਡੈਸ਼ ਸਰਵ ਯੂ, ਵਿਲ ਸਰਵ ਲਾਵਾਂਗੇ ਇਹਦੇ 'ਚ ਵੀ, ਮੈਨੀ ਪੀਪਲ ਵਿਲ ਸਰਵ ਯੂ, ਬਹੁਤ ਸਾਰੇ ਲੋਕ ਤੁਹਾਡੇ ਲਈ ਮਤਲਬ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਗੇ ਜਾਂ ਤੁਹਾਡੀ ਸੇਵਾ ਕਰਨਗੇ। ਦੇ ਡੈਸ਼ ਐਂਟੀਸਪੇਟ ਯੂਅਰ ਵਿਸ਼ਿਸ। ਐਂਟੀਸਪੇਟ ਹੁੰਦਾ ਮੀਨਸ ਉਹ ਪਹਿਲਾਂ ਹੀ ਬੁੱਝ ਲੈਣਗੇ, ਜਾਣ ਲੈਣਗੇ ਕਿ ਤੁਹਾਡੀ ਇੱਛਾ ਕੀ ਆ। ਫਿਰ ਹੁਣ ਇੱਥੇ ਵੀ ਲਾਵਾਂਗੇ ਦੇ ਵਿਲ ਐਂਟੀਸਪੇਟ ਯੂਅਰ ਵਿਸ਼ਿਸ, ਉਹ ਤੁਹਾਡੀਆਂ ਇੱਛਾਵਾਂ ਨੂੰ ਜਾਣਗੇ। ਨੈਕਸਟ ਵਨ ਹੈ ਦੇਅਰ ਡੈਸ਼ ਨਾਟ ਬੀ ਐਨੀਥਿੰਗ ਲੈਫਟ ਟੂ ਵਿਸ਼ ਫॉर। ਹੁਣ ਇੱਥੇ ਕੀ ਵਿਲ ਨਾਟ ਬੀ ਲਗਾਵਾਂਗੇ, ਵਿਲ ਲੱਗੂ, ਨਾਟ ਲੱਗੂ, ਫਿਰ ਵੀ ਲੱਗੂ। There will not be anything left to wish for. ਤੁਹਾਡੇ ਕੋਲ ਕੋਈ ਵੀ ਮਤਲਬ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣੀਆਂ, ਕੋਈ ਵੀ ਇੱਛਾ ਬਾਕੀ ਨਹੀਂ ਬਚੇਗੀ। Everything dash be perfect. ਹੁਣ ਇੱਥੇ will be ਲਾਵਾਂਗੇ, everything will be perfect, ਹਰ ਚੀਜ਼ ਉੱਤਮ ਹੋਵੇਗੀ। What all these things dash happen only if you marry me. ਹੁਣ will happen ਲਾਵਾਂਗੇ, but all these things will happen only if you marry me. ਪਰ ਇਹ ਸਾਰੀਆਂ ਚੀਜ਼ਾਂ ਤਦ ਹੀ ਹੋਣਗੀਆਂ ਜਦੋਂ ਤੁਸੀਂ ਮੇਰੇ ਨਾਲ ਵਿਆਹ ਕਰਵਾਓਗੇ। ਸੋ ਇਹ ਕਿਹਨੇ ਕਿਹਾ? ਫੋਰਚੂਨ ਟੈਲਰ ਨੇ ਉਹਨੂੰ। ਸੋ ਵੈਲ ਲਾ ਕੇ ਜੋ ਵਰਬ ਦੀ ਫਾਰਮ ਸਾਨੂੰ ਬ੍ਰੈਕਟ ਦੇ ਵਿੱਚ ਦਿੱਤੀ ਵੀ ਅਸੀਂ ਉਹਨੂੰ ਯੂਜ਼ ਕਰ ਲੈਣਾ। ਅਗਰ ਨਾਟ ਦਿੱਤਾ ਵਿਆ ਤਾਂ ਵਿਲ ਦੇ ਨਾਲ ਨਾਟ ਲੱਗ ਜੂਗਾ। ਸੋ ਇਹ ਸੀ ਐਕਟੀਵਿਟੀ ਨੰਬਰ ਤੁਹਾਡੀ 9। ਹੁਣ ਅੱਗੇ ਚੱਲਦੇ ਹਾਂ ਆਪਾਂ ਫਿਊਚਰ ਦੇ ਦੂਸਰੇ ਜਿਹੜੇ ਟੈਂਸਸ ਨੇ ਉਹਨਾਂ ਨੂੰ ਦੇਖਦੇ ਹਾਂ, ਫਿਰ ਅੱਗਲੀ ਵਾਲੀ ਐਕਟੀਵਿਟੀ ਆਪਾਂ ਕਰਾਂਗੇ। ਕਿਉਂਕਿ ਉਸ ਐਕਟੀਵਿਟੀ 'ਚ ਤੁਸੀਂ ਹੁਣ ਇੱਥੇ ਦੇਖ ਰਹੇ ਹੋ ਐਕਟੀਵਿਟੀ 10 ਫਿਲ ਇਨ ਦਾ ਬਲੈਂਕਸ ਯੂਜ਼ਿੰਗ ਦਾ ਕਰੈਕਟ ਫਾਰਮ ਆਫ ਦਾ ਵਰਬ ਗਿਵਨ ਇਨ ਦਾ ਬ੍ਰੈਕਟਸ। ਸੋ ਇੱਥੇ ਸਾਨੂੰ ਉਹਨਾਂ ਨੇ ਕੋਈ ਇਹ ਇੱਦਾਂ ਦਾ ਨਹੀਂ ਇੰਡੀਕੇਟ ਕੀਤਾ ਕਿ ਤੁਸੀਂ ਕਿਹੜਾ ਫਿਊਚਰ ਟੈਂਸ ਯੂਜ਼ ਕਰਨਾ, ਜਾਂ ਇਹਦੇ 'ਚ ਪਾਸਟ ਵੀ ਭਰਨੀ ਪੈ ਸਕਦੀ ਹੈ, ਠੀਕ ਆ, ਪ੍ਰੈਜ਼ੈਂਟ ਵੀ ਭਰਨੀ ਪੈ ਸਕਦੀ ਆ ਕੋਈ, ਅਤੇ ਫਿਊਚਰ ਵੀ ਭਰਨੀ। ਸੋ ਸਾਰੇ ਟੈਂਸ ਤੁਸੀਂ ਇੱਥੇ ਤੱਕ ਪੜ੍ਹ ਲਏ, ਇਸ ਲਈ ਇਹ ਸਾਰਿਆਂ 'ਚੋਂ ਮਿਕਸ ਐਕਸਰਸਾਈਜ਼ ਆ। ਸੋ ਪਰ ਅਜੇ ਫਿਊਚਰ ਦੇ ਸਾਡੇ ਜਾਣਨੇ ਰਹਿੰਦੇ ਨੇ, ਉਹਨਾਂ ਨੂੰ ਮਾੜੀ ਜਿਹੀ ਨਿਗਾਹ ਮਾਰਿਆ ਜੀ, ਫਿਰ ਆ ਕੇ ਆਪਾਂ ਇਹ ਐਕਟੀਵਿਟੀ ਕਰਦੇ ਹਾਂ ਬੇਟਾ। ਹਾਂਜੀ ਬੇਟਾ, ਇਹ ਦੇਖੋ ਅਸੀਂ ਸਿੰਪਲ ਫਿਊਚਰ ਕੀਤਾ ਜਿਹਦੇ ਵਿੱਚ ਵਰਬ ਦੀ ਪਹਿਲੀ ਫਾਰਮ ਔਰ ਵੈਲ ਸ਼ੈਲ। ਹੁਣ ਅੱਗੇ ਆ ਗਿਆ ਫਿਊਚਰ ਕੰਟੀਨਿਊਸ ਟੈਂਸ। ਇਟ ਡਿਨੋਟਸ ਐਨ ਐਕਸ਼ਨ going on at some point in the future time. For example,
ਇਹ ਮਤਲਬ ਕਿੱਥੇ ਯੂਜ਼ ਹੁੰਦਾ? ਫਿਊਚਰ ਕੰਟੀਨਿਊਸ ਟੈਂਸ ਆਉਣ ਵਾਲੇ ਸਮੇਂ ਦੇ ਕਿਸੇ ਅਜਿਹੇ ਪੁਆਇੰਟ 'ਤੇ ਜਦੋਂ ਉਹ ਕੰਮ ਚੱਲ ਰਿਹਾ ਹੋਵੇਗਾ। ਠੀਕ ਆ, ਜਿੱਦਾਂ ਸ਼ੀ ਵਿਲ ਬੀ ਸਿੰਗਿੰਗ ਦੈਨ, ਉਹ ਤਦ ਗਾ ਰਹੀ ਹੋਵੇਗੀ। ਕਿਸੇ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ ਵੀ ਉਹ ਤਦ ਗਾ ਰਹੀ ਹੋਵੇਗੀ। I shall be taking my examination tomorrow at this time, ਮੈਂ ਕੱਲ ਇਸ ਸਮੇਂ ਆਪਣਾ ਕੀ ਕਰ ਰਿਹਾ ਹੋਊਗਾ? ਪੇਪਰ ਦੇ ਰਿਹਾ ਹੂੰ, ਐਗਜ਼ਾਮੀਨੇਸ਼ਨ ਦੇ ਰਿਹਾ ਹੋਵਾਂਗਾ। ਸੋ ਹੁਣ ਇੱਥੇ ਪਤਾ ਲੱਗ ਗਿਆ ਜਦੋਂ ਫਿਊਚਰ ਦੇ ਵਿੱਚ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹ ਜਿਹਾ ਐਕਸ਼ਨ ਦੀ ਗੱਲ ਹੋ ਰਹੀ ਹੈ ਜਿਹੜਾ ਉਸ ਸਮੇਂ ਚੱਲ ਰਿਹਾ ਹੋਵੇਗਾ, ਉਹ ਉੱਥੇ ਫਿਊਚਰ ਕੰਟੀਨਿਊਸ ਟੈਂਸ ਹੁੰਦਾ। ਲੱਗਣਾ ਕੀ ਆ? ਵੈਲ ਸ਼ੈਲ ਦੇ ਨਾਲ ਬੀ ਨਾਲ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ। ਨੈਕਸਟ ਹੈਗਾ ਫਿਊਚਰ ਪਰਫੈਕਟ ਟੈਂਸ। ਓਕੇ, ਕਿੱਥੇ ਹੁੰਦਾ ਫਿਊਚਰ ਪਰਫੈਕਟ ਟੈਂਸ? It denotes that an action will be completed at some point of the time in future, means ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੁਆਇੰਟ 'ਤੇ ਉਹ ਕੰਮ ਜਦੋਂ ਖਤਮ ਹੋ ਚੁੱਕਾ ਹੋਵੇਗਾ। ਸਾਨੂੰ ਪਤਾ ਪਰਫੈਕਟ ਟੈਂਸ ਜਿੰਨੇ ਵੀ ਨੇ ਚੁੱਕਾ ਹੈ, ਚੁੱਕਾ ਸੀ, ਚੁੱਕਾ ਹੋਵੇਗਾ, ਫਿਊਚਰ ਹੋ ਗਿਆ। ਠੀਕ ਆ, ਵੀ ਕੱਲ੍ਹ ਇੰਨੇ ਵਜੇ ਤੱਕ ਆਹ ਕੰਮ ਖਤਮ ਹੋ ਚੁੱਕਾ ਹੋਵੇਗਾ, ਉੱਥੇ ਫਿਊਚਰ ਪਰਫੈਕਟ ਟੈਂਸ ਆ। ਇਹ 'ਚ ਲੱਗਦਾ ਕੀ ਆ? ਸ਼ੈਲ ਵੈਲ ਦੇ ਨਾਲ ਹੈਵ ਲੱਗੂ ਔਰ ਵਰਬ ਦੀ ਤੀਜੀ ਫਾਰਮ ਲੱਗੂ। ਸੋ ਹੁਣ ਐਗਜ਼ਾਮਪਲਸ ਦੇਖੋ, ਆਈ ਸ਼ੈਲ ਹੈਵ ਡਨ ਮਾਈ ਵਰਕ ਬਿਫੋਰ ਯੂ ਕਮ, ਮੈਂ ਆਪਣਾ ਕੰਮ ਉਦੋਂ ਤੱਕ ਖਤਮ ਕਰ ਲਿਆ ਹੋ ਜਦੋਂ ਤੁਸੀਂ ਆਵੋਗੇ। ਦ ਪਲੇ ਵਿਲ ਹੈਵ ਬਿਗਨ ਬਿਫੋਰ ਯੂ ਗੈਟ ਟੂ ਦ ਥੀਏਟਰ, ਕੀ ਆ? ਪਲੇ ਉਸ ਸਮੇਂ ਸ਼ੁਰੂ ਹੋ ਚੁੱਕਾ ਹੋਵੇਗਾ ਜਦੋਂ ਮਤਲਬ ਕਿ ਤੁਹਾਡੇ ਆਉਣ ਥੀਏਟਰ ਵਿੱਚ ਆਉਣ ਤੋਂ ਪਹਿਲਾਂ। ਦੇ ਵਿਲ ਹੈਵ ਸਪੈਂਟ ਆਲ ਦੇਅਰ ਮਨੀ ਬਾਏ ਦੈਨ, ਤਦ ਤੱਕ ਉਹ ਆਪਣਾ ਸਾਰਾ ਪੈਸਾ ਜਿਹੜਾ ਉਹ ਖਰਚ ਚੁੱਕੇ ਹੋਣਗੇ। ਸੋ ਇਹ ਹੋ ਗਿਆ ਜਿੱਥੇ ਪੰਜਾਬੀ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਸਮਝ ਆਉਂਦੀ ਹੈ ਕਿ ਚੁੱਕਾ ਹੋਵੇਗਾ, ਕੰਮ ਮੀਨਸ ਖਤਮ ਹੋ ਚੁੱਕਿਆ ਹੋਵੇਗਾ, ਉੱਥੇ ਫਿਊਚਰ ਪਰਫੈਕਟ ਹੋ। ਫਿਊਚਰ ਪਰਫੈਕਟ ਦੇ ਵਿੱਚ ਸ਼ੈਲ ਵੈਲ ਦੇ ਨਾਲ ਹੈਵ ਔਰ ਵਰਬ ਦੀ ਥਰਡ ਫਾਰਮ। ਨੈਕਸਟ ਹੈ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ। ਠੀਕ, ਸੇਮ ਪਾਸਟ ਦੀ ਤਰ੍ਹਾਂ ਹੀ ਉਹ ਪਿਛਲੇ ਸਮੇਂ ਦੌਰਾਨ ਗੱਲ ਹੋ ਰਹੀ ਸੀ, ਇੱਥੇ ਫਿਊਚਰ 'ਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਹੋ ਰਹੀ ਹੈ। ਇਟ ਇੰਡੀਕੇਟ ਦੈਟ ਐਨ ਐਕਸ਼ਨ ਵੈਦਰ ਫਿਨਿਸ਼ਡ ਔਰ ਅਨਫਿਨਿਸ਼ਡ will have been in progress for some time. For example, ਕਹਿੰਦੇ ਉੱਥੇ ਹੀ ਆਪਾਂ ਜਿਵੇਂ ਗੱਲ ਕੀਤੀ ਸੀਗੀ ਪਾਸਟ ਟੈਂਸ ਦੇ ਵਿੱਚ ਵੀ ਜਦੋਂ ਕਰਿਆ ਪਰਫੈਕਟ ਦੇ ਵੀ ਗੁਣ ਹੋਣਗੇ ਇਹਦੇ 'ਚ। ਵਰਬ ਦੀ ਤੀਜੀ ਫਾਰਮ ਲੱਗਦੀ ਹੈ ਹੈਜ਼, ਹੈਵ ਲੱਗੂਗਾ ਨਾ, ਸੋ ਫਿਰ ਇੱਥੇ ਹੈਵ ਹੀ ਲੱਗਦਾ ਫਿਊਚਰ 'ਚ ਓਨਲੀ। ਅਤੇ ਕੰਟੀਨਿਊਸ ਟੈਂਸ ਦੇ ਵਿੱਚ ਵਾਲੇ ਗੁਣ ਵੀ ਹੋਣਗੇ, ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗਦੀ ਹੈ, ਸੋ ਇੱਥੇ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ ਲੱਗੂ। ਸੋ ਸ਼ੈਲ ਵੈਲ ਹੈਵ ਨਾਲ ਲੱਗੂ ਬੀਨ, VEEN ਵੀਨ, ਔਰ ਵਰਬ ਦੀ ਪਹਿਲੀ ਫਾਰਮ ਦੇ ਨਾਲ ਇੰਗ। ਵੀ ਸ਼ੈਲ ਹੈਵ ਬੀਨ ਪਲੇਇੰਗ ਫॉर 3 hours ਵੈਨ ਯੂ ਕੇਮ ਹੇਅਰ। ਠੀਕ, ਹੁਣ ਇੱਕ ਇੱਥੇ ਉੱਥੋਂ ਵੀ ਦੱਸੀ ਸੀ ਗੱਲ, ਇੱਥੇ ਨਾਲ ਸਮੇਂ ਦਾ ਵੀ ਜ਼ਿਕਰ ਆਉਂਦਾ ਗਾ। ਇੰਨੇ ਸਮੇਂ ਤੋਂ ਕੰਮ ਕਰ ਰਿਹਾ ਹੋਵੇਗਾ ਜਾਂ ਇੰਨੇ ਸਮੇਂ ਤੋਂ ਰਹਿ ਰਿਹਾ ਹੋਵੇ। ਜੇ ਪੱਕਾ ਟਾਈਮ ਆ ਸੈਂਸ, ਅਗਰ ਐਗਜੈਕਟ ਟਾਈਮ ਨਹੀਂ ਪਤਾ ਤਾਂ ਫਿਰ ਫॉर ਦੀ ਵਰਤੋਂ ਹੁੰਦੀ ਆ। ਠੀਕ, ਸੋ ਹੁਣ ਇੱਥੇ ਹੈਗਾ ਵੀ ਸ਼ੈਲ ਹੈਵ ਬੀਨ ਪਲੇਇੰਗ ਫॉर 3 hours ਵੈਨ ਯੂ ਕੇਮ ਹੇਅਰ, ਜਦੋਂ ਤੁਸੀਂ ਇੱਥੇ ਆਵੋਗੇ ਸਾਨੂੰ 3 ਘੰਟੇ ਹੋ ਗਏ ਹੋਣਗੇ ਖੇਡਦਿਆਂ ਨੂੰ, ਮਤਲਬ ਅਸੀਂ 3 ਘੰਟੇ ਤੋਂ ਖੇਡ ਰਹੇ ਹੋਵਾਂਗੇ। ਅਸ਼ੋਕ ਵਿਲ ਹੈਵ ਬੀਨ ਲਿਵਿੰਗ ਇਨ ਜਾਪਾਨ ਫॉर 10 years, ਅਸ਼ੋਕ 10 ਸਾਲਾਂ ਤੋਂ ਜਾਪਾਨ ਵਿੱਚ ਰਹਿ ਰਿਹਾ ਹੋਵੇਗਾ। ਸੋ ਇਹ ਤੁਹਾਨੂੰ ਪਤਾ ਲੱਗ ਗਿਆ। ਠੀਕ, ਹੁਣ ਆਪਾਂ ਦੇਖਦੇ ਹਾਂ ਐਕਟੀਵਿਟੀ ਨੰਬਰ 10। ਹਾਂਜੀ, 9th ਐਕਟੀਵਿਟੀ ਆਪਾਂ ਕਰ ਲਈ, ਉਹ ਇੱਥੇ ਮੈਂ ਤੁਹਾਨੂੰ ਆਨਸਰ ਰਿਟਨ ਦੇ ਵਿੱਚ ਪ੍ਰੋਵਾਈਡ ਕਰਾਤੇ। ਵੈਸੇ ਤਾਂ ਬਹੁਤ ਈਜ਼ੀ ਹੈ, ਸਾਰਿਆਂ ਨੇ ਬੈਲ ਹੀ ਲਗਾਉਣਾ ਸੀ, ਫਿਰ ਵੀ ਤੁਸੀਂ ਇੱਥੇ ਵੀਡੀਓ ਪੌਜ਼ ਕਰਕੇ ਇਹਨਾਂ ਨੂੰ ਲਿਖ ਸਕਦੇ ਹੋ ਬੇਟਾ ਆਨਸਰਸ ਨੂੰ। ਠੀਕ ਹੈ, ਇਹ ਹੋ ਗਈ 9th। ਹੁਣ 10th ਐਕਟੀਵਿਟੀ। ਓਕੇ, ਫਸਟ ਵਨ ਦੇਖੋ, ਆਈ ਵਾਜ਼ ਨਾਟ ਫੀਲਿੰਗ ਵੈਲ ਸੋ ਆਈ ਡੈਸ਼ ਮਚ ਨਾਟ ਈਟ ਸੀ। ਹੁਣ ਇੱਥੇ ਪਹਿਲੀ ਖਾਲੀ ਥਾਵਾਂ ਦੇ ਵਿੱਚ ਮੂਹਰੇ ਸਰ ਨੇ ਪਹਿਲਾਂ ਆਈ ਵਾਜ਼ ਲੱਗਿਆ ਹੋਇਆ, ਨਾਟ ਫੀਲਿੰਗ ਵੈਲ, ਸੋ ਪਾਸਟ ਟੈਂਸ ਆ ਨਾ। ਸੋ ਜਦੋਂ ਹੁਣ ਉੱਥੇ ਪਾਸਟ ਕੰਟੀਨਿਊਸ ਟੈਂਸ ਚੱਲ ਰਿਹਾ ਤਾਂ ਫਿਰ ਇੱਥੇ ਕੀ ਆਊਗਾ? ਅਗਲੇ 'ਚ ਵੀ ਪਾਸਟ ਹੀ ਆਉਣਾ। ਡਿਡ ਨਾਟ ਵਾਲਾ ਗਾ ਤਾਂ ਅਸੀਂ ਗੱਲ ਕੀਤੀ ਸੀ ਪਾਸਟ ਦੇ ਵਿੱਚ ਕੀ ਲਾਉਂਦੇ ਹਾਂ ਅਸੀਂ, ਜਦੋਂ ਨੈਗੇਟਿਵ 'ਚ ਲਿਖਣਾ ਡਿਡ ਨਾਟ। ਸੋ ਡਿਡ ਨਾਟ ਈਟ, ਪਹਿਲੇ 'ਚ ਤੁਸੀਂ ਕੀ ਭਰੋਗੇ? ਡਿਡ ਨਾਟ ਈਟ। I was not feeling well, so I did not eat much. Okay, second one, it was so cold at Almora
ਈਵਨ ਵਾਟਰ ਇਨ ਦਾ ਟੈਪਸ ਡੈਸ਼ ਫਰੀਜ਼ ਆ, ਇੱਥੇ ਫਰੀਜ਼ ਦਾ ਨਾ। ਹੁਣ ਅਸੀਂ ਦੇਖੋ ਇੱਥੇ ਵੀ ਕਿਹੜਾ ਟੈਂਸ ਆ, ਪਾਸਟ ਟੈਂਸ ਆ। ਠੀਕ, ਹੁਣ ਇੱਥੇ ਕੀ ਆਊ, ਹੈਡ ਫਰੋਜ਼ਨ, ਪਰਫੈਕਟ। ਕਹਿੰਦੇ ਇੰਨੀ ਠੰਡ ਅਲਮੋੜਾ 'ਚ ਇੰਨੀ ਠੰਡ ਸੀ ਕਿ ਪਾਣੀ ਵੀ ਜਿਹੜਾ ਟੂਟੀਆਂ ਦੇ ਵਿੱਚ ਜੰਮ ਚੁੱਕਾ ਸੀ। ਸੋ ਕੀ ਲਿਖੋਗੇ, ਹੈਡ ਫਰੋਜ਼ਨ, ਥਰਡ ਫਾਰਮ ਪਲੱਸ ਹੈਡ, ਪਾਸਟ ਪਰਫੈਕਟ। ਓਕੇ, ਨੈਕਸਟ 'ਚ ਆ ਗਿਆ, she assures me that she will ਹੈਲਪ ਦਾ ਕੀ ਆ ਗਿਆ, will help me in my work। ਉਹਨੇ ਮੈਨੂੰ ਇਹ ਵਾਅਦਾ ਵਿਸ਼ਵਾਸ ਦਿਵਾਇਆ ਕਿ ਉਹ ਮੇਰੀ ਹੈਲਪ ਕਰੇਗੀ ਮੇਰੇ ਕੰਮ ਦੇ ਵਿੱਚ। ਇਸ ਲਈ ਅਸੀਂ ਇਹ ਸਿੰਪਲ ਫਿਊਚਰ ਆ, ਵਿਲ ਹੈਲਪ ਲਗਾਇਆ ਇਸ ਲਈ ਅਸੀਂ। ਠੀਕ ਹੈ, ਨੈਕਸਟ ਵਨ, ਵੀ ਡੈਸ਼ ਟੂ ਮੁੰਬਈ ਲਾਸਟ ਵੀਕ। ਲਾਸਟ ਵੀਕ ਮੀਨਸ ਪਾਸਟ ਟੈਂਸ ਦੀ ਗੱਲ ਹੋ ਰਹੀ ਆ। ਗੋ ਦੀ ਦੂਜੀ ਫਾਰਮ ਕੀ ਹੋ ਗਈ, ਪਾਸਟ ਟੈਂਸ ਤੇ ਪਤਾ ਸੈਕਿੰਡ ਫਾਰਮ ਲੱਗਦੀ ਹੈ ਨਾ। ਸੋ ਫਿਰ ਗੋ ਦੀ ਹੋ ਗਈ ਵੈਂਟ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ, ਇਹਦੇ 'ਚ ਸਾਰੇ ਜਿਹੜੇ ਟੈਂਸ ਨੇ ਮਿਕਸ ਨੇ। ਓਕੇ, ਨੈਕਸਟ ਵਨ ਆ ਗਿਆ ਫਿਫਥ ਵਨ, ਆਈ ਡੈਸ਼ ਬਿਹਾਰ ਬਿਫੋਰ ਦਾ ਅਰਥਕੁਇਕ ਔਕਰਡ। ਹੁਣ ਔਕਰਡ ਸੈਕਿੰਡ ਫਾਰਮ ਲੱਗੀ ਹੋਈ ਆ, ਬਿਫੋਰ ਵਾਲੇ ਉੱਥੇ ਵੀ ਤੁਹਾਨੂੰ ਦੱਸਿਆ ਸੀ। ਇੱਧਰ ਅਰਥਕੁਇਕ ਔਕਰਡ ਮੀਨਸ ਪਾਸਟ ਟੈਂਸ ਆ। ਜੇ ਇੱਦਾਂ ਦਾ ਹੁੰਦਾ ਜਿੱਦਾਂ ਬਿਫੋਰ ਲੱਗਿਆ ਹੁੰਦਾ ਤਾਂ ਫਿਰ ਇੱਕ ਹੈਡ ਵਾਲਾ ਹੋਊਗਾ। ਹੁਣ ਇੱਥੇ ਹੈਡ ਲੈਫਟ ਲਾਵਾਂਗੇ ਤੀਜੀ ਫਾਰਮ। ਠੀਕ ਹੈ, ਹੈਡ ਲੈਫਟ ਲੱਗੂ। ਜੇ ਪਾਸਟ ਟੈਂਸ ਵਾਲੀ ਵੀਡੀਓ ਦੇਖੀ ਉੱਥੇ ਇਹ ਚੀਜ਼ ਸਮਝਾਈ ਗਈ ਹੈ। ਨੈਕਸਟ ਆ ਗਿਆ, ਹੀ ਡੈਸ਼ ਹੋਮ ਬਿਫੋਰ ਦਾ ਸਨ ਸੈਟਸ। ਸਨ ਸੈਟਸ ਲਿਖਿਆ ਹੋਇਆ, ਜਦੋਂ ਸੂਰਜ, ਇੱਥੇ ਵੀ ਬਿਫੋਰ ਆ ਗਿਆ। ਬਿਫੋਰ ਵਾਲਾ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਮੋਸਟਲੀ ਜ਼ਿਆਦਾਤਰ ਇਹੀ ਲੱਗੂ ਕਿ ਹੈਡ ਪਲੱਸ ਥਰਡ ਫਾਰਮ ਲਾਉਣੀ ਆ। ਜੇ ਬਿਫੋਰ ਦਿੱਤਾ ਹੋਇਆ ਉਹ 'ਚ ਇੱਦਾਂ ਦਾ, ਤਾਂ ਫਿਰ ਹੈਡ ਰੀਚਡ, ਹੀ ਹੈਡ ਰੀਚਡ ਹੋਮ ਬਿਫੋਰ ਦਾ ਸਨ ਸੈਟਸ। ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਉਹ ਘਰ ਵਾਪਸ ਕੀ ਆ ਚੁੱਕਾ ਹੋਵੇਗਾ। ਨੈਕਸਟ ਵਨ ਹੈ ਗਿਆ, ਦਨੇਸ਼ ਡੈਸ਼ ਇਫ ਯੂ ਇਨਵਾਈਟ ਹਿਮ। ਕੀ ਦਿੱਤਾ, ਬ੍ਰੈਕਟ ਸਾਨੂੰ ਕਮ। ਦਿਨੇਸ਼ ਆ ਜਾਵੇਗਾ ਜੇ ਤੁਸੀਂ ਉਹਨੂੰ ਸੱਦੋਗੇ। ਸੋ ਆ ਜਾਵੇਗਾ ਮੀਨਸ ਵੈਲਕਮ। ਇਹ ਹੋ ਗਿਆ ਫਿਊਚਰ ਸਿੰਪਲ। ਨੈਕਸਟ ਵਨ ਹੈ, ਐਟ ਦਿਸ ਟਾਈਮ ਨੈਕਸਟ ਮੰਡੇ। ਹੁਣ ਅਗਲੇ ਆਉਣ ਵਾਲੇ ਮੰਡੇ ਦੀ ਗੱਲ ਹੋ ਰਹੀ ਹੈ, ਮੀਨਸ ਫਿਊਚਰ ਚੱਲ ਰਿਹਾ। ਮੰਡੇ ਵੀ ਡੈਸ਼ ਯੂਅਰ ਬਰਥਡੇ ਸੈਲੀਬਰੇਟ। ਅਗਲੇ ਨੈਕਸਟ ਮੰਡੇ ਅਸੀਂ ਕੀ ਕਰ ਰਹੇ ਹੋਵਾਂਗੇ, ਤੁਹਾਡਾ ਬਰਥਡੇ ਮਨਾ ਰਹੇ ਹੋਵਾਂਗੇ ਆ ਗਿਆ ਮੀਨਸ ਕੰਟੀਨਿਊਸ ਵੀ ਆ। ਸੋ ਕੀ ਆਊਗਾ, ਵੀ ਸ਼ੈਲ ਬੀ ਸੈਲੀਬਰੇਟਿੰਗ। ਸੈਲੀਬਰੇਟ ਦਿੱਤਾ ਸਾਨੂੰ ਇਕੱਲਾ, ਹੁਣ ਅਸੀਂ ਲਿਖਾਂਗੇ ਵੀ ਸ਼ੈਲ ਬੀ ਸੈਲੀਬਰੇਟਿੰਗ ਯੂਅਰ ਬਰਥਡੇ। ਕਹਿੰਦੇ ਇਸ ਸਮੇਂ 'ਤੇ ਨੈਕਸਟ ਮੰਡੇ ਨੂੰ ਅਸੀਂ ਤੁਹਾਡਾ ਜਨਮ ਦਿਨ ਮਨਾ ਰਹੇ ਹੋਵਾਂਗੇ। ਨੈਕਸਟ ਆ ਗਿਆ, ਵੈਨ ਸ਼ੀ ਵਿਜ਼ਿਟਸ ਸਕੂਲ ਨੈਕਸਟ ਮੰਥ। ਜਦੋਂ ਅਗਲੇ ਮਹੀਨੇ ਸਕੂਲ ਆਵੇਗੀ, ਸਕੂਲ ਵਿਜ਼ਿਟ ਕਰੇਗੀ। ਸੋ ਇਹ ਵੀ ਕੀ ਹੋ ਗਿਆ, ਫਿਊਚਰ 'ਚ ਅਗਲੇ ਮਹੀਨੇ ਦੀ ਗੱਲ ਚੱਲ ਰਹੀ ਆ। ਦੇਅਰ ਫॉर 10 years। ਠੀਕ, ਨਾਲ ਬ੍ਰੈਕਟ 'ਚ ਕੀ ਦਿੱਤਾ, ਟੀਚ। ਹੁਣ ਟੀਚ ਦਾ ਕੀ ਬਣੂ, ਆਪਾਂ ਨੂੰ ਪਤਾ ਵੀ ਮੈਂ ਉਦੋਂ ਤੱਕ ਇਹ ਕੰਮ ਫਿਨਿਸ਼ ਹੋ ਚੁੱਕਿਆ ਹੋਊ ਜਦੋਂ ਉਹ ਆਊਗੀ। ਸੋ ਫਿਨਿਸ਼ ਹੋ ਚੁੱਕੇ ਵਾਲਾ ਕਿਹੜਾ ਹੁੰਦਾ, ਪਰਫੈਕਟ। ਪਰਫੈਕਟ 'ਚ ਵੈਲ ਸ਼ੈਲ ਨਾਲ ਹੈਵ ਔਰ ਵਰਬ ਦੀ ਥਰਡ ਫਾਰਮ, ਵਿਲ ਹੈਵ ਟਾਊਟ ਦੇਅਰ ਫॉर 10 years ਆਊਗਾ। ਨੈਕਸਟ ਵਨ ਆ, ਦਾ ਇੰਟਰ ਸਕੂਲ ਹਾਕੀ ਟੂਰਨਾਮੈਂਟ ਡੈਸ਼ ਨੈਕਸਟ ਮੰਡੇ। ਨੈਕਸਟ ਮੰਡੇ ਮੀਨਸ ਇਹ ਫਿਊਚਰ ਆ। ਠੀਕ, ਫਿਊਚਰ ਸਿੰਪਲ ਫਿਊਚਰ ਆ। ਸੋ ਫਿਰ ਕੀ ਆਊਗਾ, ਵੈਲ ਪਲੱਸ ਵਰਬ ਦੀ ਫਸਟ ਫਾਰਮ। ਫਸਟ ਫਾਰਮ ਆਲਰੇਡੀ ਸਾਨੂੰ ਦਿੱਤੀ ਹੋਈ ਆ, ਨਾਲ ਅਸੀਂ ਵੈਲ ਲਗਾਇਆ, ਵਿਲ ਬਿਗਿਨ ਨੈਕਸਟ ਮੰਡੇ। ਸੋ ਇਹ ਸੀ ਐਕਟੀਵਿਟੀ ਨੰਬਰ 10 ਤੁਹਾਡੀ ਕੰਪਲੀਟ ਹੋ ਗਈ। ਆਈ ਹੋਪ ਕਿ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣਿਆ ਔਰ ਸਾਰੀ ਐਕਟੀਵਿਟੀ ਤੁਹਾਨੂੰ ਸਮਝ ਆ ਗਈ। ਇਹਨੂੰ ਨੋਟ ਡਾਊਨ ਕਰੋ ਔਰ ਬੇਟਾ ਲਰਨ ਕਰੋ। ਟਿਲ ਦੈਨ ਬਾਏ ਬਾਏ, ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਐਕਟੀਵਿਟੀ ਦੇ ਨਾਲ। ਥੈਂਕਸ ਫॉर ਵਾਚਿੰਗ। ਡੋਂਟ ਫੋਰਗੇਟ ਟੂ ਸਬਸਕ੍ਰਾਈਬ।